ਅਸੀਂ ਸ਼ੇਖ ਕੁਮਾਰ ਕਟਾਰੀਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਇੱਕ ਅਧਿਆਪਕ ਮਸਲਿਆਂ ਬਾਰੇ ਜ਼ਰੂਰੀ ਮੀਟਿੰਗ ਕਰ ਰਹੇ ਹਾਂ। ਜਦੋਂ ਕਿ ਕੋਵਿਡ-19 ਦੇ ਸੰਬੰਧ ਵਿੱਚ ਸੋਸ਼ਲ ਡਿਸਟੈਂਸ ਵੀ ਰੱਖਣਾ ਜ਼ਰੂਰੀ ਸੀ, ਇਸ ਕਰਕੇ ਅਸੀਂ ਬਹੁਤ ਵੱਡੀ ਮੀਟਿੰਗ ਨਹੀਂ ਕਰੀ ਨਾ ਬੁਲਾਈ ਆ, ਕਿਉਂਕਿ ਅਸੀਂ ਇਸ ਸੰਬੰਧ ਦੇ ਵਿੱਚ ਸਾਰਿਆਂ ਦੇ ਨਾਲ ਆਨਲਾਈਨ ਸੰਪਰਕ ਕਰ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਅਧਿਆਪਕ ਵਰਗ ਦੇ ਪੈਨਸ਼ਨਰ ਐਸੋਸੀਏਸ਼ਨ ਦੇ ਇਹ ਸਾਰੇ ਮਸਲੇ ਆ ਉਹਨਾਂ ਨੂੰ ਵਿਚਾਰਿਆ ਜਾਵੇ। ਉਹਦੇ ਉੱਤੇ ਜੋ ਵੀ ਫੈਸਲਾ ਅਸੀਂ ਕਰੀਏ ਉਹ ਸਾਰੇ ਆਨਲਾਈਨ ਸਾਡੇ ਜਿਹੜੇ ਸਾਥੀ ਆ ਉਹਨਾਂ ਦੇ ਕੋਲ ਪਹੁੰਚਾ ਦਿੱਤਾ ਜਾਵੇ। ਸੋ ਅਸੀਂ ਸੋਸ਼ਲ ਡਿਸਟੈਂਸ ਨੂੰ ਮੁੱਖ ਰੱਖ ਕੇ ਤੇ ਉਹਦੇ ਹੈਲਥ ਵਿਭਾਗ ਦੀਆਂ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਵੀ ਪਾਲਣਾ ਕਰਦੇ ਹੋਏ ਇਹ ਛੋਟੀ ਮੀਟਿੰਗ ਦੇ ਵਿੱਚ ਅਧਿਆਪਕ ਮਸਲਿਆਂ ਨੂੰ ਅਸੀਂ ਵਿਚਾਰ ਰਹੇ ਹਾਂ। ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਬਜਟ ਵਿੱਚ 4000 ਕਰੋੜ ਰੁਪਈਆ ਕਰਮਚਾਰੀਆਂ ਦੀ ਰੱਖਿਆ ਸੀ ਕਿ ਉਹਨਾਂ ਦੇ ਸੰਬੰਧ ਵਿੱਚ ਛੇਤੀ ਤੋਂ ਛੇਤੀ ਸਰਕਾਰ ਨੂੰ ਇਹ ਫੈਸਲਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਪੇ ਕਮਿਸ਼ਨ ਆ ਉਹਦੀ ਰਿਪੋਰਟ ਜਿਹੜੀ ਆ ਉਹ ਸਾਰੇ ਕਰਮਚਾਰੀਆਂ 'ਤੇ ਲਾਗੂ ਹੋ ਸਕੇ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਅਧਿਆਪਕ ਵਰਗ ਨੂੰ ਜਾਗਰੂਕ ਹੋਣ ਲਈ ਤੇ ਆਪਣੇ ਹੱਕੀ ਮੰਗਾਂ ਲਈ ਜੁਝਾਰੂ ਰੂਪ ਵਿੱਚ ਪੇਸ਼ ਹੋਣ ਲਈ ਅਸੀਂ ਆਪਣੇ ਆਪ ਨੂੰ ਸਦਾ ਤਿਆਰ ਰੱਖੀਏ। ਜਿਹੜੇ ਸਾਡੇ ਹਾਈ ਕੋਰਟ ਦੇ ਅਤੇ ਸੁਪਰੀਮ ਕੋਰਟ ਦੇ ਫੈਸਲੇ ਆ ਉਹਨੂੰ ਲਾਗੂ ਕਰਵਾਉਣ ਵਾਸਤੇ ਵੀ ਅਸੀਂ ਬੜੇ ਸੰਜੀਦਾ ਰੂਪ ਵਿੱਚ ਇਹਨੂੰ ਲੈ ਰਹੇ ਹਾਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਹਨਾਂ ਮਸਲਿਆਂ ਵੱਲ ਧਿਆਨ ਦੇਵੇ। ਸੋ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਸ਼੍ਰੀ ਸ਼ੇਖ ਕੁਮਾਰ ਜੀ ਦੀ ਪ੍ਰਧਾਨਗੀ ਦੇ ਵਿੱਚ ਲੂਣੀਆਂ ਬਲਾਕ ਦੇ ਪੈਨਸ਼ਨ ਯੂਨੀਅਨ ਦੇ ਸਾਥੀ ਇਕੱਠੇ ਹੋਏ ਹਾਂ। ਪੇ ਕਮਿਸ਼ਨ ਦੀ ਸਰਕਾਰ ਨੇ ਬਹੁਤ ਵਾਰੀ ਡੇਟ ਵਧਾ ਕੇ 30 ਜੂਨ ਲਿਆਂਦੀ ਸੀ ਵੀ 30 ਜੂਨ ਨੂੰ ਅਸੀਂ ਰਿਪੋਰਟ ਦੇ ਦਿਆਂਗੇ। ਹੁਣ ਫਿਰ ਵੀ ਪਤਾ ਲੱਗਾ ਕਿ 30 ਜੂਨ ਤੋਂ ਫਿਰ 31 ਦਸੰਬਰ ਦੇ ਲੈ ਗਏ ਆ, ਜਿਹਦੇ ਨਾਲ ਮੁਲਾਜ਼ਮਾਂ 'ਚ ਬੜੀ ਨਿਰਾਸ਼ਾ ਗਈ ਆ ਵੀ ਸਰਕਾਰ ਨੇ ਬਾਰ-ਬਾਰ ਆਪਣੇ ਵਾਅਦੇ ਤੋਂ ਮੁੱਕ ਕੇ ਬਦਲ ਕੇ ਹੁਣ 30 ਜੂਨ ਜਿਹੜੀ ਰਿਪੋਰਟ ਛਾਇਆ ਕਰਨੀ ਸੀ ਪੇ ਕਮਿਸ਼ਨ ਦੀ, ਉਹ ਵੀ 31 ਦਸੰਬਰ ਦੇ ਲੈ ਗਏ। ਅੱਜ ਅਸੀਂ ਇਹ ਮੁੱਖ ਮਸਲੇ 'ਚ ਇਕੱਠੇ ਹੋਏ ਹਾਂ। ਉਹ ਹੈਗਾ ਕਿ MA ਜਿਨ੍ਹਾਂ ਨੇ 1979 ਤੋਂ ਬਾਅਦ MA ਕੀਤੀ ਹੋਈ ਆ, ਜਿਨ੍ਹਾਂ ਨੇ ਫਸਟ ਜਾਂ ਸੈਕੰਡ ਵੀ ਲਈ ਆ ਉਹਨਾਂ ਨੂੰ 3 ਤਰੱਕੀਆਂ ਮਿਲੀਆਂ ਨੇ, ਜਿਨ੍ਹਾਂ ਨੇ ਥਰਡ ਵੀ ਲਈ ਉਹਨਾਂ ਨੂੰ 2 ਐਡਵਾਂਸ ਇੰਕਰੀਮੈਂਟ ਮਿਲਣੀਆਂ ਨੇ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਹ ਕੇਸ ਪਾਸ ਹੋ ਚੁੱਕਾ ਤੇ ਸਰਕਾਰ ਇਹਨੂੰ ਸੁਪਰੀਮ ਕੋਰਟ 'ਚ ਲੈ ਗਈ। ਸੁਪਰੀਮ ਕੋਰਟ ਜਿਹੜੇ ਸਾਡੇ ਸਾਥੀ ਲੜ ਰਹੇ ਆ ਉਹ ਬਹੁਤ ਥੋੜ੍ਹੀ ਗਿਣਤੀ ਜਿਹੜੇ ਉੱਥੇ ਕੇਸ ਲੈ ਕੇ ਆਏ ਆ ਤੇ ਖਰਚਾ ਵੀ ਉੱਥੇ ਉੱਥੋਂ ਦਾ ਬਹੁਤ ਜ਼ਿਆਦਾ ਆ। ਇਹਦੇ ਬਾਰੇ ਵਿਚਾਰ ਕਰਕੇ ਅਸੀਂ ਇਕੱਠੇ ਹੋਏ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਲੈਵਲ 'ਤੇ ਹੋਰ ਸਾਥੀਆਂ ਨਾਲ ਵੀ ਜਿਨ੍ਹਾਂ ਨੇ MA 1980 ਤੋਂ ਬਾਅਦ ਹੀ ਕੀਤੀ ਹੋਈ ਆ ਉਹਨਾਂ ਦੇ ਵਿਚਾਰ ਵੀ ਲਏ ਜਾਣ ਤਾਂ ਕਿ ਕਿਸੇ ਤਰ੍ਹਾਂ ਨਾਲ ਇਹ ਜਿਹੜੀ ਚੀਜ਼ ਹਾਈ ਕੋਰਟ 'ਚ ਜਿੱਤੀ ਆ ਉਹਨੂੰ ਬਹਾਲ ਰੱਖਣ ਵਾਸਤੇ ਸੁਪਰੀਮ ਕੋਰਟ 'ਚ ਜਿਵੇਂ ਵੀ ਤੰਦੀ ਨਾਲ ਜਿੱਦਾਂ ਵੀ ਕੋਈ ਫੰਡ ਹੋਰ ਲਾ ਕੇ, ਜਿਵੇਂ ਕਿ ਸੁਪਰੀਮ ਕੋਰਟ ਦੇ ਵਕੀਲ ਕਾਫੀ ਮਹਿੰਗੇ ਕਰਨੇ ਪੈਂਦੇ ਆ, ਉਹਦੇ ਬਾਰੇ ਜੋ ਵੀ ਸਾਰਿਆਂ ਦੀ ਰਾਏ ਬਣੇ ਅਸੀਂ ਇੱਦਾਂ ਹੀ ਆਨਲਾਈਨ ਮੀਡੀਆ ਕਰਕੇ ਉਹਨਾਂ ਹੋਰ ਸਾਥੀਆਂ ਦੀ ਰਾਏ ਲੈਣੀ ਚਾਹੁੰਦੇ ਹਾਂ ਤਾਂ ਕਿ ਕੋਰਟ 'ਚੋਂ ਜਿਹੜੀ ਹਾਈ ਕੋਰਟ 'ਚੋਂ ਜਿੱਤ ਪ੍ਰਾਪਤ ਕੀਤੀ ਹੋਈ ਆ ਉਹਨੂੰ ਉੱਪਰ ਸੁਪਰੀਮ ਕੋਰਟ 'ਚ ਬਹਾਲ ਕਰਵਾ ਲਈਏ ਕਿ ਵੀ ਸਭ ਚੰਗੇ ਵਕੀਲ ਮਿਲ ਜਾਣ ਤਾਂ। ਸੋ ਅੱਜ ਇਹਦੇ ਬਾਰੇ ਵਿਚਾਰ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ ਕਿ ਜਿਹੜੀਆਂ ਸਾਡੀਆਂ ਹੋਰ ਮੰਗਾਂ ਨੇ ਪੈਨਸ਼ਨਰਸ ਦੀਆਂ ਜਾਂ ਪੰਜਾਬ ਦੇ ਇੰਪਲਾਈਜ਼ ਦੀਆਂ ਉਹਨਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਕਹਾਂਗਾ ਕਿ ਜਿੱਥੇ ਜਿੱਥੇ ਤੱਕ ਸਾਡੀ ਇਹ ਜਿਹੜੀ ਵੀਡੀਓ ਰਹੀ ਸਾਡੀ ਆਵਾਜ਼ ਆਵੇ ਉਹ ਆਪਣਾ ਇਹਦੇ ਬਾਰੇ ਕੋਈ ਵੱਡੀ ਮੀਟਿੰਗ ਕਰਨ ਲਈ ਚਾਹੇ ਆਨਲਾਈਨ ਹੋਵੇ ਜਾਂ ਜਲੰਧਰ ਦੇਸ਼ਪੁਰ ਰਾਜ ਇਕੱਠੇ ਹੋਵੇ ਤਾਂ ਕਿ ਇਹਦੇ ਬਾਰੇ ਕੋਈ ਇਕੱਠ ਬਣ ਕੇ ਕਿਸੇ ਵੀ ਫੈਸਲਾ ਲਿਆ ਜਾ ਸਕੇ MA ਦੀਆਂ ਤਰੱਕੀਆਂ ਦੇ ਕੇਸ ਬਾਰੇ। ਜੈ ਸਾਥੀਓ, ਆਪਾਂ ਇਹ ਮੀਟਿੰਗ ਜਿਹੜੀ ਆ ਮਾਰਚ ਦੇ ਅਖੀਰਲੇ ਹਫ਼ਤੇ ਕਰਨੀ ਸੀ, ਪਰ ਕੋਵਿਡ-19 ਜੋ ਸਾਰੇ ਦੁਨੀਆ ਭਰ ਵਿੱਚ ਫੈਲਿਆ ਹੋਇਆ ਤੇ ਉਸ ਵੇਲੇ ਆ ਕੇ ਮੈਂ ਕੈਨੇਡਾ ਤੋਂ ਸਾਥੀਆਂ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਇਹ ਕਿਹਾ ਕਿ DC ਸਾਹਿਬ ਵੱਲੋਂ ਹੁਕਮਾਂ ਜਾਰੀ ਨਾ ਕੀਤੀ ਜਾਵੇ। ਇਸ ਕਾਰਨ ਆਪਾਂ
ਦੇਸ਼ ਨੂੰ ਯਾਦਗਾਰ ਹਾਲ ਜਿਹੜੀ ਮੀਟਿੰਗ ਰੱਖਣੀ ਸੀਗੀ ਉਹ ਸਾਨੂੰ ਪੋਸਟਪੋਨ ਕਰਨੀ ਪਈ ਤੇ ਅੱਜ ਜੂਨ ਵੀ ਆ ਗਿਆ ਆ ਤੇ ਹਾਲਾਤ ਸੁਧਰ ਤੇ ਨਜ਼ਰ ਨਹੀਂ ਆ ਰਿਹਾ ਤੇ ਇਸ ਕਾਰਨ ਕੋਵਿਡ-19 ਦੇ ਕਰਕੇ ਡਿਸਟੈਂਸ ਮੇਨਟੇਨ ਕਰਨ ਲਈ ਕਰਦੇ ਹੋਏ ਸੋਚਿਆ ਕਿ ਇਹ ਇਕੱਠੇ ਹੋ ਕੇ ਅੱਜ ਅਸੀਂ ਮੀਟਿੰਗ ਨਹੀਂ ਕਰ ਸਕਦੇ ਤੇ ਇਸ ਕਾਰਨ ਕਿਉਂ ਨਾ ਅਸੀਂ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲਬਾਤ ਜਿਹੜੀ ਆ ਉਹ ਅਸੀਂ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਰੱਖ ਸਕੀਏ। ਸਾਡਾ ਅੱਜ ਦਾ ਮੁੱਖ ਮਸਲਾ ਜਿਹੜਾ ਆ ਉਹ ਹੈ ਪੋਸਟ ਗ੍ਰੈਜੂਏਟ ਮਾਸਟਰਸ। ਪੋਸਟ ਗ੍ਰੈਜੂਏਟ ਮਾਸਟਰ ਦਾ ਜੇ ਮੈਂ ਮੁੜ ਤੋਂ ਗੱਲਬਾਤ ਕਰਾਂ, ਇਹ ਮਸਲਾ 1/9/1960 ਨੂੰ ਜਿਸ ਸਮੇਂ ਆਪਣੇ ਮੁੱਖ ਮੰਤਰੀ ਸੀਗੇ ਸਰ ਪ੍ਰਤਾਪ ਸਿੰਘ ਕਹਿ ਉਸ ਸਮੇਂ ਦਾ ਆ। ਉਸ ਸਮੇਂ 1960 ਤੋਂ ਪਹਿਲਾਂ 1957 ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਤਾਂ ਜੋ ਜਿਹੜੇ ਅਧਿਆਪਕ ਉੱਚ ਯੋਗਤਾ ਰੱਖਦੇ ਆ CNB ਦੇ ਜਾਂ ਪ੍ਰਾਇਮਰੀ ਟੀਚਰ ਦੇ, ਉਹਨਾਂ ਨੂੰ ਵੀ ਵੱਧ ਲਾਭ ਹੋ ਸਕੇ, ਉਹਨੂੰ ਅਗਲਾ ਗ੍ਰੇਡ ਦਿੱਤਾ ਜਾ ਸਕੇ। ਇਹ ਪੱਤਰ ਜਾਰੀ ਕੀਤਾ ਗਿਆ ਤੇ 1/9/1960 ਨੂੰ DPI ਪੰਜਾਬ ਵੱਲੋਂ MA ਪੋਸਟ ਗ੍ਰੈਜੂਏਟ ਮਾਸਟਰਸ ਵਾਸਤੇ ਪੱਤਰ ਜਾਰੀ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਵਿੱਚ ਐਜੂਕੇਸ਼ਨ ਦਾ ਪੱਧਰ ਉੱਚਾ ਹੋ ਸਕੇ, ਬੱਚਿਆਂ ਨੂੰ ਕੁਆਲਿਟੀ ਭਰਪੂਰ ਜਿਹੜੀ ਆ ਸਿੱਖਿਆ ਦਿੱਤੀ ਜਾ ਸਕੇ। ਇਸ ਦੇ ਤਹਿਤ ਹਰ ਉਹ ਪੋਸਟ ਗ੍ਰੈਜੂਏਟ ਮਾਸਟਰ ਜਿਸ ਨੇ MA MSc ਵਿੱਚ 3rd ਡਿਵੀਜ਼ਨ ਜੇਕਰ ਪਾਸ ਆ ਤੇ ਉਸ ਨੂੰ ਤੇ 2 ਐਡਵਾਂਸ ਇਨਕਰੀਮੈਂਟ ਸਾਲਾਨਾ ਦੀ ਦਰਾਂ ਦਿੱਤੀਆਂ ਜਾਣਗੀਆਂ ਤੇ ਜੋ ਮਾਸਟਰ ਪੋਸਟ ਗ੍ਰੈਜੂਏਟ ਹੈ ਔਰ ਉਸ ਨੇ 2nd ਡਿਵੀਜ਼ਨ ਜਾਂ 3rd ਡਿਵੀਜ਼ਨ ਵਿੱਚ 2nd ਡਿਵੀਜ਼ਨ ਜਾਂ 1st ਡਿਵੀਜ਼ਨ ਵਿੱਚ MA MSc ਪਾਸ ਕੀਤੀ ਹੈ, ਉਹਨਾਂ ਨੂੰ 3 ਅਗਾਊਂ ਤਰੱਕੀਆਂ ਦਿੱਤੀਆਂ ਜਾਣਗੀਆਂ। ਇਹ ਲੈਟਰ ਜਿਹੜਾ ਆ 1/9/60 ਨੂੰ ਜਾਰੀ ਕੀਤਾ ਗਿਆ ਔਰ ਇਹ ਜਿਹੜੀ ਤਰੱਕੀਆਂ ਆ ਹਰ ਇੱਕ ਜਿਹੜਾ ਵੀ ਅਧਿਆਪਕ ਕੁਆਲੀਫਾਈਡ ਹੈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੀ ਪ੍ਰਾਪਤ ਹੋਈਆਂ ਸੀ। ਇਸ ਦੇ ਨਾਲ ਅਧਿਆਪਕ ਵਰਗ ਵਿੱਚ ਬਹੁਤ ਉਤਸ਼ਾਹ ਜਗਿਆ। ਜਿਹੜੇ ਅਧਿਆਪਕ ਉਸ ਸਮੇਂ ਪੋਸਟ ਗ੍ਰੈਜੂਏਟ ਸੀ ਉਹਨਾਂ ਨੂੰ ਇੱਕਦਮ ਇਹ ਤਰੱਕੀਆਂ ਜਦੋਂ ਮਿਲ ਗਈਆਂ, ਨਾਲ ਦੇ ਅਧਿਆਪਕਾਂ ਨੇ ਵੀ ਮਾਸਟਰ ਕੇਡਰ ਨੇ ਉਹ ਤਰੱਕੀਆਂ ਹਾਸਲ ਕਰਨ ਲਈ ਆਪਣੀ ਯੋਗਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ, ਜਿਸ ਦੇ ਸਦਕਾ ਬਹੁਤ ਜ਼ਿਆਦਾ ਸਾਡੇ ਜਿਹੜੇ ਮਾਸਟਰ ਕੇਡਰ ਦੇ ਸੀ ਅਧਿਆਪਕ ਉਹਨਾਂ ਨੇ ਆਪਣੀ ਕੁਆਲੀਫਿਕੇਸ਼ਨ ਜਿਹੜੀ ਆ ਇੰਪਰੂਵ ਕੀਤੀ। ਸਰਵਿਸ ਵਿੱਚ ਰਹਿੰਦੇ ਜਾਂ ਸਰਵਿਸ ਵਿੱਚ 19 ਤੋਂ ਜਾਂ ਸਰਵਿਸ ਵਿੱਚ ਬਾਅਦ 'ਚ ਆ ਗਏ, ਉਹਨਾਂ ਨੂੰ ਉਹ ਇੰਟਾਈਟਲਮੈਂਟ ਬਣ ਗਈ। ਇਸ ਤਰ੍ਹਾਂ ਸਕੂਲ ਪੱਧਰ 'ਤੇ ਜੋ ਮਾਸਟਰ ਕੇਡਰ ਪੜ੍ਹਾ ਰਹੇ ਸਨ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਅਧਿਆਪਕਾਂ ਨੇ 2nd ਜਾਂ 3rd ਡਿਵੀਜ਼ਨ ਜਾਂ 1st ਡਿਵੀਜ਼ਨ ਦੇ ਵਿੱਚ MA MSc ਕਰਕੇ ਇਹ 2 ਜਾਂ 3 ਇੰਕਰੀਮੈਂਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਪੰਜਾਬ ਸਰਕਾਰ ਨੇ ਦੇਖਿਆ ਕਿ ਅੱਜ ਤਾਂ ਸਾਰਾ ਪੰਜਾਬ ਦੇ ਜਿਹੜੇ ਅਧਿਆਪਕ ਆ ਸਾਰੇ ਦੇ ਸਾਰੇ ਪੋਸਟ ਗ੍ਰੈਜੂਏਟ ਹੋ ਜਾ ਰਹੇ ਆ। ਇਹਨਾਂ ਬਜਟ ਆਜ਼ਾਦ ਨਹੀਂ ਦਿੱਤਾ, ਇਸ ਕਰਕੇ ਉਹਨਾਂ ਨੇ ਇੱਕ ਕੱਟ ਆਫ ਡੇਟ ਰੱਖੀ ਕਿ ਜੋ ਅਧਿਆਪਕ ਸਰਕਾਰੀ ਸਰਵਿਸ 1979 ਤੋਂ ਪਹਿਲਾਂ ਨੌਕਰੀ ਵਿੱਚ ਆਉਂਦੇ ਆ ਜਾਂ 1979 ਤੋਂ ਪਹਿਲਾਂ ਪੋਸਟ ਗ੍ਰੈਜੂਏਟ ਦੀ ਡਿਗਰੀ ਪਾਸ ਕਰ ਲੈਂਦੇ ਆ, ਸਿਰਫ ਤੇ ਸਿਰਫ ਉਹਨਾਂ ਅਧਿਆਪਕਾਂ ਨੂੰ ਹੀ ਇਹ 2 ਜਾਂ 3 ਤਰੱਕੀਆਂ ਅਵਾਰਡ ਦਿੱਤੇ ਜਾਂਦੇ। ਔਰ ਇਸ ਨਾਲ ਕੀ ਹੋਇਆ, ਅਧਿਆਪਕਾਂ ਵਿੱਚ ਖਲਬਲੀ ਮਚੀ। ਜਿਨ੍ਹਾਂ ਅਧਿਆਪਕਾਂ ਨੂੰ
1979 तो पहला एमए की तरक्कियाँ मिल गई, सारे खुश हो गए। और दूसरे में थोड़ा जहा सैडनैस आई कि असी ए तो वांझे रह गए। हर एक ने उस लैटर की जी 1979 की आ पड़चोल करने की कोशिश की, एनालाइज करने की कोशिश की कि जो सानू भी ये कुछ लाभ हो सके। अखीर दे विच जथेबंदियां ने भी रिप्रजेंटेशन दी जाके डिपार्टमेंट में कि ये खुल जी अगाह वास्ते भी लागू रहन की जाए, पर पंजाब सरकार ने 1979 तो बाद इस खुल नूं जिहड़ा बंद कर दिता। जिस सदका अध्यापक जो 1979 तो बाद सर्विस आए या जिन्हों ने इन सर्विस रहते हुए 1979 तो बाद MA-MSc पास की, उन्होंने ये 2003 तरक्कियां लैन वास्ते हाई कोर्ट का इंसाफ लैने दरवाजा खड़काया। और जिस सदका उन्होंने खास जिहड़ियां रिट पटीशनां जिहड़ियां आ वो 2632 ऑफ 1995 टाइटल सी विद्यासागर सिंगला एंड अदर, जसविंदर कौर एंड अदर 11,558 758 और 1999 ये रिटां जिहड़ियां आ इस तरह ही जिहड़ी आ जरनैल सिंह एंड अदर रिट जिहड़ी आ वो भी बहुत फेमस रिटां होईयां। ते इहदे विच सुप्रीम कोर्ट जिहड़ा हाई कोर्ट ने 58,921 ऑफ 1988 की रिट सी जरनैल सिंह बनाम होर वर्सेस पंजाब सरकार, उसका फैसला 18/11/2010 नूं दिता, जिस जो कि पंजाब के मुलाजमां के अध्यापकों के हक में सी। और उस तो बाद सिविल रिट पटीशन जो कि इतिहासक रिट बन चुकी आ वो है 7862 ऑफ 1995। ये सिविल रिट पटीशन मेरे हिसाब नाल इतिहासक रिट आ, क्योंकि इस रिट का फैसला मानयोग पंजाब ते हरियाणा हाई कोर्ट के जज के कानन वालों बहुत ही डूंघाई नाल किया गया। और डूंघाई दे विच उसने जो साडी पटीशन सी उन्हें दो हिस्से वंडता, दो हिस्सों में वंडता। पहला हिस्सा सीगा कि असी मांग की सी हायर ग्रेड ऑफ 2 पार्ट्स। In the first part, there is prayer to quash the imposed order that withdrew the benefits of higher pay scales for persons who have secured higher qualification subsequent to 1979. And view of the law laid down by the division bench in Yoga Singh's case, the relief is not possible. This other योगा सिंह के केस के मुताबिक रिलीफ नहीं दे सकती जाती। सेकेंड पार्ट ऑफ द रिलीफ sought in the writ petition is to grant 2 or 3 increments on acquiring or possessing high qualification as per the letter dated 1/9/1960। जज साहब कहते आ कि ये मैं लैटर जिहड़ा 1979 का पंजाब सरकार ने जारी किया आ, उसका मैं आप खुद पूरी तरह पड़चोल की ते मैं देखा आ कि 1979 के लैटर के विच पंजाब सरकार ने जी 57 की लैटर सीगा नोटिफिकेशन सी वो तो पंजाब सरकार ने वापस ले लिया, पर जो लैटर 1/9/1960 का जो मास्टर केडर नूं 2/3 इंक्रीमेंट अवार्ड करता है, वो लैटर इन्हां ने वापस नहीं लिया 1/9/1960 का, वो हजे भी स्टैंड करता। इस कारण जो मास्टर केडर के पोस्ट ग्रेजुएट मास्टर हैं वो
ਆਪਣੀ ਯੋਗਤਾ ਥਰਡ ਡਿਵੀਜ਼ਨ ਮੁਤਾਬਕ 2 ਅਤੇ ਸੈਕੰਡ ਅਤੇ ਫਰਸਟ ਡਿਵੀਜ਼ਨ ਅਨੁਸਾਰ 3 ਇੰਕਰੀਮੈਂਟਾਂ ਲੈਣ ਦੇ ਹੱਕਦਾਰ ਹਨ। ਇਸ ਲਈ ਮੈਂ ਉਹਨਾਂ ਦੀ ਇਹ ਯੋਗਤਾ ਅਨੁਸਾਰ 2 ਥਰਡ ਡਿਵੀਜ਼ਨ ਵਾਸਤੇ ਅਤੇ 3 ਇੰਕਰੀਮੈਂਟਾਂ ਸੈਕੰਡ ਡਿਵੀਜ਼ਨ ਅਤੇ ਫਰਸਟ ਡਿਵੀਜ਼ਨ ਵਾਸਤੇ ਅਵਾਰਡ ਕਰਨ ਵਾਸਤੇ ਹੁਕਮ ਦਿੰਦਾ ਹੈ। ਔਰ ਜਿੰਨੀ ਲੇਟ ਹੋਈ ਆ और उसके ਉਹਦੇ 1960 ਦੇ ਮੁਤਾਬਕ ਇਹਨਾਂ ਨੂੰ ਇਨਕਰੀਮੈਂਟ ਦਿੱਤੀਆਂ ਜਾਣ ਨਾ 9% ਦੇ ਹਿਸਾਬ ਨਾਲ ਇਹਨਾਂ ਨੂੰ ਵਿਆਜ ਦਿੱਤਾ ਜਾਵੇ। ਇਹ ਇਤਿਹਾਸਿਕ ਫੈਸਲਾ ਜਿਹੜਾ ਆ ਸਾਡਾ ਡਿਸਟ੍ਰਿਕਟ ਕੇ ਕਾਨਨ ਨੇ ਕੀਤਾ ਆ 7862 ਆਫ 1995। ਸਾਥੀਓ ਇੱਥੇ ਬਸ ਮੇਰੇ ਪੰਜਾਬ ਸਰਕਾਰ ਨੇ ਇਸ ਦੇ ਵਿਰੁੱਧ ਅਪੀਲ ਕੀਤੀ। ਹੁਣ ਇੱਕ ਫੈਸਲਾ ਜਿਹਦੇ ਬਾਰੇ ਆਪਾਂ ਅੱਜ ਗੱਲ ਕਰਨ ਲਈ ਇਕੱਠੇ ਹੋਏ ਆ 1468 ਆਫ 1994 ਉਹ ਫੈਸਲਾ ਆ। ਇੱਕ ਜਿਹੜਾ ਇਹ ਫੈਸਲਾ ਆ ਇਹ 7862 ਆਫ 1995। ਇਹ 2 ਲੈਟਰ ਆ, 2 ਪਟੀਸ਼ਨਾਂ ਆ। ਇਹਨਾਂ ਦੇ ਰਸਤੇ ਇੱਥੇ ਆ ਕੇ 2 ਰਸਤੇ ਹੋ ਗਏ। ਇਸ ਸਟੇਜ ਤੇ ਆ ਕੇ 2 ਰਸਤੇ ਹੋ ਗਏ। ਜਿਹੜੇ ਤਾਂ ਰਿਟ ਹੈ 7862 ਆਫ 1995 ਉਹਦੀ LPA ਪਈ ਤੇ ਉਹਦੀ LPA ਜਿਹੜੀ ਆ 2016 ਵਿੱਚ ਜਸਟਿਸ ਆਪਣਾ ਜਸਟਿਸ ਸੂਰਿਆਕਾਂਤ ਨੇ 2016 ਵਿੱਚ ਇੰਟਰਮ ਆਰਡਰ ਪਾਸ ਕੀਤੇ ਗਏ। ਜਿਹੜੇ ਇੰਟਰਮ ਸਟੇ ਸੀਗਾ ਉਹਨੂੰ ਪੱਕਾ ਸਟੇ ਕਰ ਦਿੱਤਾ ਗਿਆ ਕਿ ਇਹਦੀ ਛੇਤੀ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਈ ਫੈਸਲਾ ਇਹਦੇ ਬਾਰੇ ਨਾ ਲਿਆ। ਦੂਸਰੀ ਜਿਹੜੀ ਰਿਟ ਸੀਗੀ 1468 ਆਫ 1994 ਉਹਦੀ ਪਹਿਲਾਂ LPA ਪਈ, LPA ਵੀ ਡਿਸਮਿਸ ਹੋ ਗਈ। ਬਾਅਦ 'ਚ ਪੰਜਾਬ ਸਰਕਾਰ ਨੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ SLP ਪਾਈ। ਉਹ SLP ਵੀ ਜਿਹੜੀ ਆ ਪ੍ਰਵਾਨ ਨਹੀਂ ਹੋਈ, ਉਹ ਵੀ ਡਿਸਮਿਸ ਹੋ ਗਈ। ਪੰਜਾਬ ਸਰਕਾਰ ਨੇ ਫਾਈਨਲ ਜੱਜਮੈਂਟ ਸੁਪਰੀਮ ਕੋਰਟ ਦੇ ਵਿੱਚ ਵੀ ਜਦੋਂ ਡਿਸਮਿਸ ਹੋ ਗਈ, ਫਾਈਨਲ ਸਟੇਜ ਤੇ 1468 ਆਫ 1994 ਪਹੁੰਚ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਹ ਫੈਸਲਾ ਆਪਣੇ ਮਾਸਟਰ ਦੇ ਉੱਤੇ ਲਾਗੂ ਨਹੀਂ ਕੀਤਾ। ਪਰ ਮੈਂ ਉਹਨਾਂ ਸਾਥੀਆਂ ਨੂੰ ਪ੍ਰਣਾਮ ਕਰਦਾ ਹਾਂ ਜਗਦੇਵ ਸਿੰਘ ਅਨੰਦ 1468 ਵਾਲੇ ਜਿਹੜੇ ਆ ਉਹਨਾਂ ਨੇ ਬਹੁਤ ਲੰਬਾ ਸੰਘਰਸ਼ ਕੀਤਾ। ਸਾਥੀਓ ਸਿਰਫ ਤੇ ਸਿਰਫ 9-10 ਆਦ ਪਟੀਸ਼ਨਰ ਆ 10 ਤੋਂ 11 ਜਿਨ੍ਹਾਂ ਵਿੱਚ 3 ਦੀ ਡੈਥ ਹੋ ਗਈ ਔਰ ਉਹਨਾਂ ਨੇ ਸੁਪਰੀਮ ਕੋਰਟ ਤੱਕ ਗਏ। ਫਿਰ ਵੀ ਜਦੋਂ ਨਹੀਂ ਉਹਨਾਂ ਦਾ ਫੈਸਲਾ ਲਾਗੂ ਕੀਤਾ ਗਿਆ, ਉਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 2012 ਤੋਂ ਲੈ ਕੇ 2014 ਤੱਕ 11 ਐਗਜ਼ੀਕਿਊਟ ਐਪਲੀਕੇਸ਼ਨ ਪਾਈਆਂ। 11 ਐਗਜ਼ੀਕਿਊਟਿਵ ਐਪਲੀਕੇਸ਼ਨ ਪਾਈਆਂ ਔਰ ਉਹਨਾਂ ਐਗਜ਼ੀਕਿਊਟਿਵ ਐਪਲੀਕੇਸ਼ਨ ਦਾ ਫੈਸਲਾ ਫਰਵਰੀ 2018 ਨੂੰ ਫੈਸਲਾ ਜਿਹੜਾ ਆ ਇਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸ਼੍ਰੀ ਜਤਿੰਦਰ ਚੌਹਾਨ ਵੱਲੋਂ ਵੀ ਜਿਹੜਾ ਆ ਮੁਲਾਜ਼ਮਾਂ ਦੇ ਹੱਕ ਵਿੱਚ ਕੀਤਾ ਗਿਆ। ਜੋ ਫੈਸਲਾ ਇਸ ਤਰ੍ਹਾਂ ਆ, it is to be noticed that the issue whether the applicant decree are entitled to grant of increments on acquiring post graduation stand decided by this court in civil petition number 1468 of 1994 decided on 2/2/1995. Against that decision
The state of Punjab prefers civil appeal number 8295 up to 98 of 1995, which were dismissed by the Honorable Supreme Court by common order dated 30/2003. Now at this stage, the contention of the learned state council that the applicant or degree holders are not entitled to the advance increment as the cut-off date was upheld in the right upon the cases such as Vijay Singh's case Supra cannot be accepted. The court is not an appellate court. This court, being an executive court, has to ensure implementation of the judgment passed by this court. Consequently, all the execution applications are allowed. 1 to 11 applications ਜਿਹੜੀਆਂ allow ਕਰ ਦਿੱਤੀਆਂ ਗਈਆਂ. The respondent are directed to implement the judgment dated 2/2/1995 passed in civil litigation 1468 of 1994 within a period of 3 months from the date of receipt of certified copy of the judgment. ਇਹ ਜਜਮੈਂਟ ਜਿਹੜੀ ਸੀਗੀ ਇਸ ਢੰਗ ਦੇ ਨਾਲ 18 ਵਿੱਚ ਸਾਥੀਓ ਆਪਣੇ ਜਿਹੜੀਆਂ 14 ਐਗਜ਼ੀਕਿਊਟਿਵ ਐਪਲੀਕੇਸ਼ਨ ਵੀ ਪਾਈਆਂ ਸੀਗੀਆਂ ਉਹ ਵੀ ਆਪਣੇ ਹੱਥ ਵਿੱਚ ਹੋ ਗਈਆਂ। ਤੋ ਫਿਰ ਵੀ ਪੰਜਾਬ ਸਰਕਾਰ ਵੱਲੋਂ ਕੰਨਾਂ ਤੇ ਜੂ ਨਹੀਂ ਸਕੀ, ਕੋਈ ਵੀ ਸਪੀਕਿੰਗ ਆਰਡਰ ਉਹਨਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ। ਅੰਤ ਸਰ ਜਗਦੇਵ ਸਿੰਘ ਐਨਾਦਰ ਔਰ ਸਾਥੀਆਂ ਵੱਲੋਂ ਮਜਬੂਰ ਹੋ ਕੇ ਕੰਟੈਂਪਟ ਆਫ ਕੋਰਟ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫਾਈਲ ਕੀਤੀ ਗਈ, ਜਿਸ ਦਾ ਫੈਸਲਾ ਜਿਹੜਾ ਆ ਇੰਟਰਮ ਆਰਡਰ ਜਿਹੜੇ ਆ ਜਾਰੀ ਕੀਤੇ ਗਏ ਔਰ ਇੰਟਰਮ ਆਰਡਰਾਂ ਤੋਂ ਪਹਿਲਾਂ ਜਿਹੜਾ ਆ ਇੰਟਰਮ ਆਰਡਰ ਜਾਰੀ ਕੀਤੇ ਗਏ ਆ 28/11/2019 ਨੂੰ। 28/11/2019 ਨੂੰ ਇੰਟਰਮ ਆਰਡਰ ਜਾਰੀ ਕੀਤੇ ਗਏ। ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸਪੀਕਿੰਗ ਆਰਡਰ ਜਿਹੜੇ ਆ ਜਾਰੀ ਕੀਤੇ ਗਏ। ਸਪੀਕਿੰਗ ਆਰਡਰ ਜਿਹੜੇ ਪੰਜਾਬ ਸਰਕਾਰ ਵੱਲੋਂ ਰਾਤੋਂ ਰਾਤ ਜਾਰੀ ਕੀਤੇ ਗਏ 25/11/2019 ਨੂੰ। ਇਹ ਜਿਹੜੇ ਆਪਣੇ ਜਿੰਨੀਆਂ ਵੀ ਪਟੀਸ਼ਨਾਂ ਸੀਗੀਆਂ ਐਗਜ਼ੀਕਿਊਟਿਵ ਐਪਲੀਕੇਸ਼ਨ 11 ਸੀਗੀਆਂ ਉਹਨਾਂ ਦੇ ਨਾਂ ਆ ਤੇ ਨਾਲ ਹੀ ਉਹਨਾਂ ਨੇ ਇਹ ਮੰਨ ਲਿਆ ਕਿ ਹਾਂ ਇਹਨਾਂ ਦਾ ਹੱਕ ਬਣਦਾ ਆ, ਇਹਨਾਂ ਨੂੰ ਅਸੀਂ ਜੋ ਲਿਖ ਕੇ ਨਹੀਂ ਕਿਵੇਂ ਦੇਣ ਦੇ ਆਰਡਰ ਜਾਰੀ ਕਰਦੇ ਹਾਂ, ਇਹਨਾਂ ਦੀ ਬੇਸਿਕ ਜਿਹੜੀ ਹੈ ਰਿਵਾਈਜ਼ ਕੀਤੀ ਜਾਵੇ। ਤੇ ਨਾਲ ਹੀ ਅਸੀਂ ਕਹਿੰਦੇ ਆ ਕਿ ਇਹ ਜਿਹੜਾ ਏਰੀਆ ਵਗੈਰਾ ਵੀ ਇਹਨਾਂ ਦਿੱਤਾ ਜਾਊਗਾ, ਪਰ ਇਸ ਸਮੇਂ ਦੌਰਾਨ ਡਿਪਾਰਟਮੈਂਟ ਵੱਲੋਂ ਕੀ ਕੀਤਾ ਗਿਆ ਆ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ SLP ਪਾਈ ਗਈ ਆ ਜਿਹੜੀ ਕਿ ਜਿਸ ਦਾ ਨੰਬਰ ਆ 37,753 ਆਫ ਦੀ ਸੁਪਰੀਮ। ਜੋ ਫੈਸਲਾ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ ਹੋਊਗਾ ਉਹ ਇਹਨਾਂ ਨੂੰ ਉੱਤੇ ਲਾਗੂ ਕੀਤਾ ਜਾਊਗਾ। ਇਸ ਢੰਗ ਦੇ ਨਾਲ ਇਹਨਾਂ ਨੇ ਦਸੰਬਰ ਦੇ ਵਿੱਚ ਜਿੰਨੇ ਵੀ ਪਟੀਸ਼ਨਰ ਸੀਗੇ ਜਗਦੇਵ ਸਿੰਘ ਐਨਾਦਰ ਵਾਲੇ, ਉਹਨਾਂ ਨੂੰ ਇਹਨਾਂ ਨੇ ਸਪੀਕਿੰਗ ਆਰਡਰ ਸ਼ਰਤ ਨਾਲ ਜਾਰੀ ਕਰ ਦਿੱਤੇ ਗਏ 11 ਬੰਦੇ ਨੂੰ। ਹਾਂ, ਪਰ ਇਨ ਦਾ ਮੀਨ ਟਾਈਮ ਸੁਪਰੀਮ ਕੋਰਟ ਇੰਡੀਆ ਵੱਲੋਂ ਜੋ ਉਹਨਾਂ ਨੇ SLP ਪਾਈ ਸੀਗੀ ਉਹ 'ਤੇ ਨੋਟਿਸ ਆਫ ਮੋਸ਼ਨ ਜਾਰੀ ਹੋ ਗਿਆ। ਨੋਟਿਸ ਆਫ ਮੋਸ਼ਨ ਜਾਰੀ ਹੋਣ ਦੇ ਕਾਰਨ ਇਹਨਾਂ ਨੇ ਜੋ ਸਪੀਕਿੰਗ ਆਰਡਰ ਜਾਰੀ ਕੀਤੇ ਸੀਗੇ ਉਹਨਾਂ ਤੇ ਸਕੂਲਾਂ ਨੂੰ ਟੈਕਸ ਕਰਕੇ ਸਪੀਕਿੰਗ ਆਰਡਰ ਹਾਲ ਦੀ ਘੜੀ ਜਿਹੜੇ ਆ ਪੋਸਟ ਕੈਂਸਲ ਕਰ ਦਿੱਤੇ ਗਏ।
ਕਿ ਜੋ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ ਫੈਸਲਾ ਹੋਊਗਾ ਉਹਦੇ ਆਧਾਰ ਤੇ ਹੀ ਅਗਲਾ ਫੈਸਲਾ ਕੀਤਾ ਜਾਊਗਾ। ਤੇ ਉਸ ਦੀ ਤਰੀਕ ਸੀਗੀ ਫਰਵਰੀ 2020। ਫਰਵਰੀ 2020 ਦੇ ਵਿੱਚ ਸਰਦਾਰ ਜਗਦੇਵ ਸਿੰਘ ਹੁਣੀ, ਕਿਉਂਕਿ ਇਕਨੋਮਿਕਲੀ ਸਾਊਂਡ ਹੋਣ ਕਰਕੇ ਸਿਰਫ 8-9 ਜਾਣੇ ਰਹਿ ਗਏ, ਉਹ ਉੱਥੇ ਪੇਸ਼ ਨਹੀਂ ਹੋ ਸਕੇ। 16 ਫਰਵਰੀ ਤਰੀਕ ਸੀਗੀ ਤੇ 7 ਫਿਰ ਉਹਦਾ ਦੇ ਮਾਨਯੋਗ ਪੰਜਾਬ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਤਰੀਕ ਜਿਹੜੀ ਆ 7 ਅਪ੍ਰੈਲ ਪਾਈ। ਤੇ 7 ਅਪ੍ਰੈਲ ਨੂੰ ਅਸੀਂ ਸੋਚਿਆ ਕਿ ਇਹਦੇ ਬਾਰੇ ਅਸੀਂ ਪੰਜਾਬ ਦੇ ਜਿੰਨੇ ਵੀ ਬਾਸਟੀਕੇਟਰ ਦੇ ਬਣੇ ਵਰਗ ਦੇ ਹੈਗੇ ਅਧਿਆਪਕ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਅਸੀਂ ਇੱਕ ਚੰਗਾ ਸੁਪਰੀਮ ਕੋਰਟ ਵਿੱਚ ਸਾਂਝਾ ਵਕੀਲ ਕਰਾਂਗੇ, ਤਾਂ ਜੋ ਅਸੀਂ ਇਸ ਜਿਹੜਾ ਫੈਸਲਾ ਪਹਿਲਾਂ 1468 ਦਾ ਫਾਈਨਲ ਹੋ ਚੁੱਕਾ ਆ, ਉਹਦੇ 'ਤੇ ਪਹਿਰਾ ਦਿਵਾਉਣ ਵਾਸਤੇ ਅਸੀਂ ਫਾਈਨਲ ਜੋ ਫੈਸਲਾ ਹੋ ਚੁੱਕਾ ਆ ਉਹਨੂੰ ਬਰਕਰਾਰ ਰੱਖਵਾ ਸਕੀਏ। ਇਹਦੇ ਵਾਸਤੇ ਕੋਸ਼ਿਸ਼ ਕਰਾਂਗੇ, ਪਰ ਕਰੋਨਾ ਦੇ ਕਾਰਨ ਅਸੀਂ ਇਕੱਠੇ ਨਹੀਂ ਹੋ ਸਕੇ ਤੇ ਅੱਜ ਇਕੱਠੇ ਹੋ ਕੇ ਜਿਹੜੀ ਆ ਇੱਕ ਵੀਡੀਓ ਦੇ ਰਾਹੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪੰਜਾਬ ਦੇ ਜਿੰਨੇ ਵੀ ਬਾਸਟੀਕੇਟਰ ਦੇ ਅਧਿਆਪਕ ਹਨ ਜਿਹੜੇ ਹਾਈ ਕੁਆਲੀਫਿਕੇਸ਼ਨ ਰੱਖਦੇ ਆ, ਉਹਨਾਂ ਤੱਕ ਆਪਣੀ ਇਹ ਗੱਲ ਜਾ ਸਕੀਏ। ਔਰ ਇਹਦੇ ਨਾਲ ਹੀ 1468 ਦਾ ਜਿੱਥੇ ਮੈਂ ਜ਼ਿਕਰ ਕੀਤਾ ਆ, ਉੱਥੇ ਮੈਂ ਜ਼ਿਕਰ ਤੁਹਾਨੂੰ ਮੈਂ ਪਹਿਲਾਂ ਕਰਕੇ ਹਟਿਆ 7858 ਆਫ 1995 ਜਸਟਿਸ ਕੇ ਕਾਰਨ ਦਾ ਫੈਸਲਾ। ਉਹਦੇ ਵਾਸਤੇ ਵੀ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ LPA ਪਾਈ ਗਈ ਸੀ। ਉਹ LP ਤੋਂ ਮੈਂ ਦੱਸਿਆ ਆ ਜਸਟਿਸ ਸੂਰਿਆ ਕਾਂਤ ਵੱਲੋਂ ਉਹਦਾ ਸਟੇਜ ਜਿਹੜਾ ਪੱਕਾ ਕਰ ਦਿੱਤਾ ਗਿਆ ਸੀਗਾ, ਨਾਲ ਕਹਿ ਦਿੱਤਾ ਸੀਗਾ ਕਿ ਇਹਦੇ ਉੱਤੇ ਅਗਲੀ ਸੁਣਵਾਈ ਲੰਮੇ ਸਮੇਂ ਤੱਕ ਨਾ ਕੀਤੀ। ਤੋ ਇਸ ਤੇ ਸਾਥੀਓ ਇੱਕ ਫਿਰ ਰਿਟ ਹੋਈ, ਇੱਕ ਰਿਟ ਹੋਰ ਆਈ ਮੇਰੇ ਸਾਹਮਣੇ, ਮੈਂ ਆਨਲਾਈਨ ਚੈੱਕ ਕੀਤੀ ਤੇ ਇੱਕ ਰਿਟ ਮੈਨੂੰ ਮਿਲ ਗਈ ਕਰਤਾਰ ਸਿੰਘ ਰਿਟਾਇਰਡ ਲੈਕਚਰਰ ਹਿਸਟਰੀ, ਇਹ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਸੰਗਰੂਰ ਤੋਂ ਆ। ਇਹਦੀ ਰਿਟ ਸੀਗੀ ਸੰਗਰੂਰ, ਹਾਂ ਸੰਗਰੂਰ। ਇਹਦੀ ਰਿਟ ਸੀਗੀ 19,402 ਔਰ 2018। 19,402 2018 ਰਿਟ ਸੀਗੀ। ਇਹਦੇ ਉੱਤੇ ਪੰਜਾਬ ਆਪਣੇ DPI ਵੱਲੋਂ ਆਰਡਰ ਨੰਬਰ 14/138 -18 S3 Directed 1 ਡੇਟਡ 19/12/2018 ਇਹਦੇ ਸਪੀਕਿੰਗ ਆਰਡਰ ਜਾਰੀ ਕਰਦੇ ਹੋਏ ਇਹ ਲਿਖਿਆ ਗਿਆ ਜੋ ਵੀ ਸ਼ਰਤਾਂ ਸੀ ਲਿਖੀਆਂ ਗਈਆਂ, ਪਰ ਨਾਲ ਕਿਹਾ ਕਿ ਇਹ ਜਿਹੜੀ ਆ ਰਿਟ ਅਟੈਚ ਹੋਈ ਆ LP 199 ਜਿਹਦੀ ਮੈਂ ਅੱਗੇ ਗੱਲ ਕਰ ਚੁੱਕਾ ਹਾਂ, LP 199 ਆਫ 2014 ਨਾਲ, ਜਿਹੜੀ ਕਿ ਹਜੇ ਤੱਕ ਪੋਸਟ ਉਹਦੇ ਉੱਤੇ ਆਰਡਰ ਪੋਸਟਪੋਨ ਕੀਤੇ ਹੋਏ ਕੋਈ ਆਰਡਰ ਪੰਜਾਬ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਹੀਂ ਕੀਤਾ ਗਿਆ। ਜਦ ਤੱਕ ਉਹਦਾ ਕੋਈ ਡਿਸੀਜਨ ਨਹੀਂ ਹੁੰਦਾ ਸਪੀਕਿੰਗ ਆਰਡਰ ਜਾਰੀ ਨਹੀਂ ਕੀਤਾ ਜਾਏ। ਇਹ ਸਪੀਕਿੰਗ ਆਰਡਰ ਜਾਰੀ ਇਸ ਹਿਸਾਬ ਨਾਲ ਕੀਤੀ ਹੈ। तो ਹੁਣ ਮਸਲਾ ਹੈ ਸਾਡੇ ਕੋਲ ਇੱਕ ਤਾਂ LP ਜਿਹੜੀ ਆ ਉਹਦਾ ਸਟੇ ਵਕੇਟ ਕਰਾਉਣਾ, ਤੇ ਦੂਸਰਾ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ SLP ਜਿਹੜੀ ਆ ਪਾਈ ਗਈ ਆ ਸੁਪਰੀਮ ਕੋਰਟ ਵਿੱਚ 1468 ਆਫ 1994 ਉਸ ਕੇਸ ਦੀ ਭੋਗਦੇ ਹੋਏ ਅਸੀਂ ਇੱਕ ਅਜਿਹੇ ਵਕੀਲ ਸੁਪਰੀਮ ਕੋਰਟ ਵਾਸਤੇ ਕਰੀਏ ਜੋ ਕਿ ਸਾਡਾ ਸੁਪਰੀਮ ਕੋਰਟ ਵਿੱਚ ਵੀ ਕੇਸ ਰਹੇ ਔਰ ਜਿਹੜਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ LP 199 ਆ 2014 ਹਜੇ ਤੱਕ ਸਟੈਂਡ ਕਰਦੀ ਆ, ਉਸ ਦੀ ਵੀ ਜੱਜਮੈਂਟ ਸਾਨੂੰ ਇਸੇ 1468 ਔਰ 1994 ਦੇ ਅਨੁਸਾਰ ਲੈ ਕੇ ਜਾਵੇ ਅਜਿਹਾ ਵਕੀਲ। ਔਰ ਜੇਕਰ ਕਹੀਏ ਕਿ ਅਸੀਂ ਲੋਹੀਆਂ ਬਲਾਕ ਦੇ ਅਧਿਆਪਕ ਇਹ ਕੰਮ ਕਰ ਸਕਦੇ ਨਹੀਂ ਕਰ ਸਕਦੇ, ਇਹਦੇ ਵਾਸਤੇ
ਸਾਡੇ ਪੰਜਾਬ ਦੇ ਜਿੰਨੇ ਵੀ ਆਰਗੇਨਾਈਜੇਸ਼ਨ ਹੈ ਜਾਂ ਇੰਡੀਵਿਜੂਅਲ ਅਧਿਆਪਕ ਜੋ ਸੁਣਦੇ ਆ, ਉਹਨਾਂ ਸਾਰਿਆਂ ਨੂੰ ਪਲੇਟਫਾਰਮ ਤੇ ਇਕੱਠੇ ਹੋਣਾ ਪਊਗਾ ਔਰ ਸਹੂਲਤਾਂ ਦੇ ਨਾਲ ਇਸ ਨੂੰ ਇੱਕ ਪ੍ਰੋਫੈਸ਼ਨਲ ਤੌਰ ਤੇ ਗੇਮ ਨਾ ਬਣਾ ਕੇ, ਆਪਣੀ ਜੇਬ ਵਿੱਚ ਪੈਸੇ ਬਣਾਉਣ ਵਾਲੀ ਗੱਲ ਨਾ ਬਣਾ ਕੇ, ਇਮਾਨਦਾਰੀ ਨਾਲ ਵਰਕ ਕਰਦੇ ਹੋਏ ਸਾਰਿਆਂ ਨੂੰ ਹਰ ਜ਼ਿਲ੍ਹੇ ਵਿੱਚ ਇੱਕ ਕਮੇਟੀ ਬਣਾਉਣੀ ਪਊਗੀ ਔਰ ਕਮੇਟੀ ਜਿਹੜੀ ਆ ਉਹ ਸਾਡੇ ਨਾਲ, ਜਿਵੇਂ ਮੇਰਾ ਨੰਬਰ ਹੈ 97812 81112 97812 81112 ਇੱਦਾਂ ਹੀ ਆਪਣੇ ਸ਼੍ਰੀ ਕਰਮਚੰਦ ਜੀ ਆਪਣਾ ਨੰਬਰ ਦੱਸ ਸਕਦੇ ਆ, ਹਾਂਜੀ, ਔਰ ਸਤਨਾਮ ਸਿੰਘ ਜੀ ਨੰਬਰ ਦੱਸ ਸਕਦੇ ਆ, ਚਾਹੇ ਜਸਵਿੰਦਰ ਸਿੰਘ ਜੀ ਨੰਬਰ ਆਪਣਾ ਦੱਸ ਸਕਦੇ ਆ। ਇਹ ਕਿਸੇ ਵੀ ਆਪਣੇ ਸਾਥੀ ਦੇ ਨਾਲ ਕਿਸੇ ਤਰ੍ਹਾਂ ਦੇ ਵੀ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਜ਼ਰੂਰ ਮੇਰੇ ਨਾਲ 97812 81112 ਤੇ ਸੰਪਰਕ ਕਰੋ। ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਸ ਜਿਹੜੀ ਵੀ ਤੁਹਾਡੀ ਕੋਈ ਵੀ ਇਹਦੇ ਬਾਰੇ ਇਨਕੁਆਇਰੀ ਹੋਵੇ ਉਹਦਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਾਂਗੇ।